ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਤਾਂ ਅੱਜ ਅਸੀਂ ਰਿਜ਼ਿਊਮ ਕਰਦੇ ਹਾਂ ਆਪਣੀ ਉਹੀ ਸੀਰੀਜ਼ ਮੈਰਾਥਨ ਸੀਰੀਜ਼ ਪੰਜਾਬ ਜੀਕੇ ਨੂੰ ਅਸੀਂ ਕਵਰ ਕਰ ਰਹੇ ਹਾਂ ਥਰੂ MCQs। ਹਰ ਰੋਜ਼ ਅਸੀਂ ਤੁਹਾਨੂੰ 10 MCQs ਕਰਾਵਾਂਗੇ ਤੇ ਉਹਨਾਂ 10 MCQs ਦੇ ਰਾਹੀਂ ਐਵਰੀਡੇ ਤੁਸੀਂ ਜੇ ਇਸ ਨੂੰ ਆਪਣੇ ਡੇਲੀ ਰੂਟੀਨ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਐਵਰੀਡੇ 10 MCQs ਦੇ ਰਾਹੀਂ ਅਸੀਂ ਤੁਹਾਡੀ ਪੂਰੀ ਪੰਜਾਬ ਜੀਕੇ ਰਿਵਾਈਜ਼ ਕਰਵਾ ਦੇਵਾਂਗੇ ਤੇ ਨਾਲ ਦੇ ਨਾਲ ਪੰਜਾਬ ਜੀਕੇ ਰਿਵਾਈਜ਼ ਹੋ ਜੂਗੀ ਤੇ MCQ ਪ੍ਰੈਕਟਿਸ ਹੋ ਜੂਗੀ। ਤੇ ਜਦ ਤੱਕ ਤੁਹਾਡਾ ਪੇਪਰ ਨਹੀਂ ਹੁੰਦਾ ਤਦ ਤੱਕ ਤੁਸੀਂ ਇਸ ਸੀਰੀਜ਼ ਨੂੰ ਫੋਲੋ ਕਰੋ। ਤੁਸੀਂ ਬਸ ਸ਼ਾਮ ਨੂੰ 20 ਮਿੰਟ ਕੱਢਣੇ ਆ। ਮੇਕ ਦਿਸ ਅ ਪਾਰਟ ਆਫ ਯੋਰ ਡੇਲੀ ਰੂਟੀਨ। ਡੇਲੀ ਰੂਟੀਨ ਦੇ ਦਿਨ ਦੇ ਵਿੱਚ ਤੁਸੀਂ ਬਸ 20 ਮਿੰਟ ਕੱਢਣੇ ਆ, ਰੋਜ਼ ਕੱਢਣੇ ਆ, ਠੀਕ ਹੈ। ਤੇ ਤੁਹਾਡਾ ਪੂਰਾ ਪੰਜਾਬ ਜੀਕੇ ਦਾ ਪੋਰਸ਼ਨ ਰਿਵਾਈਜ਼ ਹੋ ਜਾਣਾ ਫॉर ਆਲ ਐਗਜ਼ਾਮੀਨੇਸ਼ਨਸ। ਤਕਰੀਬਨ ਸਾਰੇ ਐਗਜ਼ਾਮਸ ਜਿਹੜੇ ਹੈਗੇ ਆ ਪੰਜਾਬ ਸਰਕਾਰ ਦੇ, ਆਪਣੇ ਪੰਜਾਬ ਗਵਰਨਮੈਂਟ ਦੇ, ਉਹ ਸਾਰਿਆਂ ਦੇ ਵਿੱਚ ਪੰਜਾਬ ਜੀਕੇ ਆਉਂਦੀ ਹੈ, ਠੀਕ ਹੈ। ਤਾਂ ਤੁਸੀਂ ਇਹ ਸਾਰੇ ਐਗਜ਼ਾਮਸ ਦੇ ਲਈ ਤਿਆਰ ਹੋ ਜਾਓਗੇ ਜੇ ਆਪਾਂ ਪੰਜਾਬ ਜੀਕੇ ਦੀ ਗੱਲ ਕਰੀਏ। ਜਸਟ ਦਿਨ ਦੇ 20 ਮਿੰਟ ਕੱਢਣੇ, ਠੀਕ ਹੈ ਜੀ। ਚਲੋ ਫਿਰ ਬਿਨਾਂ ਕਿਸੇ ਦੇਰੀ ਤੋਂ ਅਸੀਂ ਸਟਾਰਟ ਕਰਦੇ ਹਾਂ ਆਪਣੀ ਇਹ ਮੈਰਾਥਨ MCQ ਸੀਰੀਜ਼। ਅੱਜ ਦਾ ਜਿਹੜਾ ਲੈਕਚਰ ਹੈ ਕੁਐਸਚਨ ਨੰਬਰ 1 ਨਾਲ, ਠੀਕ ਹੈ ਜੀ। ਚਲੋ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਕੰਜਲੀ ਵੈਟਲੈਂਡ। ठीक है, पंजाब सूबे दे विच बहुत सारे वेटलैंड्स हैगे हैं, कुछ रामसर साइट्स हैगी हैं, कुछ नॉन रामसर साइट्स वेटलैंड्स हैगे हैं। तां कंजली वेटलैंड बारे आपां गल करते हैं। इट लाइज इन कपूरथला डिस्ट्रिक्ट। ओके, इट इज अ नेचुरल वेटलैंड क्रिएटेड इन 1870। ठीक है ना, तुहानू दसना है कि किहड़ी स्टेटमेंट सही है। देखो पिछली वारी या मेरे ख्याल 4-5 ਲੈਕਚਰਸ ਪਹਿਲਾਂ ਆਪਾਂ ਹਰੀਕੇ ਵੈਟਲੈਂਡ ਦੀ ਗੱਲ ਕਰੀ ਸੀ, ਹਨਾ। ਅੱਜ ਅਸੀਂ ਕੰਜਲੀ ਵੈਟਲੈਂਡ ਬਾਰੇ ਗੱਲ ਕਰਾਂਗੇ ਤੇ ਤਕਰੀਬਨ ਸਾਰੇ ਵੈਟਲੈਂਡਸ ਅਸੀਂ ਤੁਹਾਡੇ ਕਵਰ ਕਰਾ ਦਾਂਗੇ ਰੈਗੂਲਰਲੀ ਜੇ ਤੁਸੀਂ ਇਸ ਸੀਰੀਜ਼ ਨੂੰ ਫੋਲੋ ਕਰਦੇ ਹੋ, ਠੀਕ ਹੈ। ਚਲੋ ਕੰਜਲੀ ਵੈਟਲੈਂਡ ਬਾਰੇ ਗੱਲ ਕਰਦੇ ਹਾਂ। ਦੇਖੋ ਕੰਜਲੀ ਵੈਟਲੈਂਡ ਜਿਹੜਾ ਹੈਗਾ ਉਹ ਬਿਲਕੁਲ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਹੈ। ਬਿਲਕੁਲ ਸਹੀ ਸਟੇਟਮੈਂਟ ਹੈਗੀ ਹੈ, ਠੀਕ ਹੈ। ਇੰਟਾਇਰਲੀ ਕਪੂਰਥਲਾ ਡਿਸਟ੍ਰਿਕਟ 'ਚ ਪੈਂਦਾ ਹੈ। दूजी स्टेटमेंट हैगी है इट इज अ नेचुरल वेटलैंड क्रिएटेड इन 1870। देखो 1870 ਦੇ ਵਿੱਚ ਇਹ ਬਣਾ ਹੈ ਪਰ ਇਹ ਨੈਚੁਰਲ ਵੈਟਲੈਂਡ ਨਹੀਂ ਹੈਗਾ, ਇਹ ਮੈਨ ਮੇਡ ਵੈਟਲੈਂਡ ਹੈਗਾ, ਠੀਕ ਹੈ। ਇਹ ਜਿਹੜਾ ਮੈਨ ਮੇਡ ਵੈਟਲੈਂਡ ਹੈਗਾ ਇਸ ਨੂੰ ਬਣਾਇਆ ਕਿਸਨੇ ਸੀ? ਇਸ ਨੂੰ ਬਣਾਇਆ ਸੀ ਰਾਜਾ ਰਣਧੀਰ ਸਿੰਘ, ਮਹਾਰਾਜਾ ਜਾਂ ਰਾਜਾ ਆਫ ਕਪੂਰਥਲਾ। ਤਾਂ ਰਾਜਾ ਰਣਧੀਰ ਸਿੰਘ ਸੀਗੇ, ਰਾਜਾ ਰਣਧੀਰ ਸਿੰਘ ਆਫ ਕਪੂਰਥਲਾ, ਠੀਕ ਹੈ। ਉਹਨਾਂ ਨੇ ਬਣਵਾਇਆ ਸੀ 1870 ਦੇ ਵਿੱਚ। ਉਹਨਾਂ ਨੇ ਕੀ ਕਰਿਆ ਸੀ, ਬਿਆਸ ਰਿਵਰ ਦੀ ਇੱਕ ਟ੍ਰਿਬਿਊਟਰੀ ਹੈਗੀ ਹੈ ਜਿਸ ਨੂੰ ਅਸੀਂ ਕਾਲੀ ਬੀਨ ਰਿਵਰ ਕਹਿੰਦੇ ਆ ਜਾਂ ਬੀਨ ਰਿਵਰ ਕਹਿ ਦਿੰਦੇ ਆ। ਉਸ ਦੇ ਉੱਤੇ ਇਹ ਆਰਟੀਫੀਸ਼ੀਅਲ ਲੇਕ ਜਾਂ ਆਰਟੀਫੀਸ਼ੀਅਲ ਵੈਟਲੈਂਡ ਬਣਾਇਆ ਸੀ, ਠੀਕ ਹੈ। ਉਸ ਨੂੰ ਸਟਾਪ ਕਰਕੇ ਬਸ ਤੁਸੀਂ ਯਾਦ ਰੱਖਣਾ ਹੈ ਕਿ ਇਹ ਆਰਟੀਫੀਸ਼ੀਅਲ ਹੈ, ਬਣਾ ਕਰਦਾ 1870 ਦੇ ਵਿੱਚ। ਬਣਾਇਆ ਕਿਨੇ ਹੈ? ਰਾਜਾ ਰਣਧੀਰ ਸਿੰਘ ਨੇ, ਜਿਹੜੇ ਰਾਜਾ ਸੀਗੇ ਕਪੂਰਥਲਾ ਦੇ। ਤੇ ਇਸ ਦਾ ਪ੍ਰਾਇਮਰੀ ਸੋਰਸ ਕੀ ਹੈ? ਇਸ ਦੇ ਵਿੱਚ ਪਾਣੀ ਕਿੱਥੋਂ ਆ ਰਿਹਾ ਹੈ? ਤਾਂ ਪਾਣੀ ਆ ਰਿਹਾ ਹੈ ਕਾਲੀ ਬੀਨ ਰਿਵਰ ਤੋਂ, ਜਿਹੜੀ ਟ੍ਰਿਬਿਊਟਰੀ ਹੈਗੀ ਹੈ ਬਿਆਸ ਰਿਵਰ ਦੀ। ਇਹ ਮੈਂ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਤੁਹਾਨੂੰ, ਠੀਕ ਹੈ। ਬਿਆਸ ਰਿਵਰ ਦੀ ਟ੍ਰਿਬਿਊਟਰੀ ਕਾਲੀ ਬੀਨ, ਇਹ ਇਸ ਦਾ ਪਾਣੀ ਯੂਜ਼ ਕਰਕੇ ਤੁਸੀਂ ਇਹ ਕੰਜਲੀ ਵੈਟਲੈਂਡ ਬਣਾਇਆ। 1870 ਦੇ ਵਿੱਚ ਬਣਾਇਆ, ਰਾਜਾ ਰਣਧੀਰ ਸਿੰਘ ਨੇ ਬਣਾਇਆ ਤੇ ਇਹ ਮੈਨ ਮੇਡ ਹੈਗਾ, ਨੈਚੁਰਲ ਨਹੀਂ ਹੈਗਾ। ਕਲੀਅਰ, ਠੀਕ ਹੈ। ਤਾਂ ਦੂਜੀ ਸਟੇਟਮੈਂਟ ਆਪਣੀ ਗਲਤ ਹੋ ਜਾਂਦੀ ਹੈ, ਇਸੇ ਕਰਕੇ ਦੀ ਆਨਸਰ ਇਜ਼ A, 1 ਓਨਲੀ। ਯਾਦ ਰੱਖਿਓ ਇਹ ਸਾਰੀ ਇਨਫੋਰਮੇਸ਼ਨ, ਠੀਕ ਹੈ। ਇੱਕ ਹੋਰ ਚੀਜ਼, ਜਿਹੜਾ ਕੰਜਲੀ ਵੈਟਲੈਂਡ ਹੈਗਾ ਉਹ ਰਾਮਸਰ ਸਾਈਟ ਹੈਗੀ ਹੈ, ਠੀਕ ਹੈ। ਆ ਚੀਜ਼ ਯਾਦ ਰੱਖਣੀ ਹੈ। ਵੈਸੇ ਹਰੀਕੇ ਵੈਟਲੈਂਡ ਜਦ ਮੈਂ ਕਰਾਇਆ ਸੀ ਉਸ ਵੇਲੇ ਵੀ ਦੱਸਿਆ ਸੀ ਤੁਹਾਨੂੰ ਕਿ ਦੇਖੋ ਪੰਜਾਬ ਦੇ ਵਿੱਚ ਬਥੇਰੇ ਵੈਟਲੈਂਡਸ ਹੈਗੇ ਆ, ਬਹੁਤ ਸਾਰੇ ਵੈਟਲੈਂਡਸ ਹੈਗੇ ਆ, ਬਟ ਓਨਲੀ 6 ਵੈਟਲੈਂਡਸ ਆਰ ਆਫ ਇੰਟਰਨੈਸ਼ਨਲ ਇੰਪੋਰਟੈਂਸ। ਤੇ ਜਿਹੜੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਵੈਟਲੈਂਡਸ ਹੁੰਦੇ ਆ ਨਾ, ਉਹਨਾਂ ਨੂੰ ਅਸੀਂ ਰਾਮਸਰ ਸਾਈਟਸ ਕਹਿੰਦੇ ਆ, ਠੀਕ ਹੈ। 1970s ਦੇ ਵਿੱਚ ਰਾਮਸਰ ਕਨਵੈਨਸ਼ਨ ਹੋਈ ਸੀ ਈਰਾਨ ਦੇ ਵਿੱਚ, ਠੀਕ ਹੈ। ਤਾਂ ਉਸ ਦੇ ਵਿੱਚ ਵੈਟਲੈਂਡਸ ਦੀ ਪ੍ਰੋਟੈਕਸ਼ਨ ਲਈ ਇਹ ਕਨਵੈਨਸ਼ਨ ਸੀਗੀ। ਤਾਂ ਜਿੰਨੇ ਵੀ ਵੈਟਲੈਂਡਸ ਹੈਗੇ ਆ ਆਫ ਇੰਟਰਨੈਸ਼ਨਲ ਇੰਪੋਰਟੈਂਸ, ਉਹਨਾਂ ਨੂੰ ਰਾਮਸਰ ਦੀ ਲਿਸਟ 'ਚ ਪਾਤਾ, ਠੀਕ ਹੈ। ਤੇ ਉਸ ਨੂੰ ਅਸੀਂ ਐਸੇ ਕਰਕੇ ਜਿਹੜੇ ਵੈਟਲੈਂਡਸ ਇਸ ਰਾਮਸਰ ਲਿਸਟ ਦੇ ਵਿੱਚ ਹੈਗੇ ਆ ਉਹਨਾਂ ਨੂੰ ਅਸੀਂ ਰਾਮਸਰ ਸਾਈਟ ਕਹਿੰਦੇ ਆ। ਪੰਜਾਬ ਦੇ ਵਿੱਚ ਬਹੁਤ ਸਾਰੇ ਵੈਟਲੈਂਡਸ ਹੈਗੇ ਆ, ਪਰ 6 ਵੈਟਲੈਂਡਸ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਕੰਜਲੀ ਵੀ ਹੈਗਾ, ਉਹ ਰਾਮਸਰ ਸਾਈਟ ਹੈਗੀ ਹੈ। 6 wetlands are of international importance, रामसर साइट्स हैगी है, कंजली is one of them, ठीक है जी। चलो आगे चलते हैं। चलो wetlands है एक और सवाल, which of the following wetland of Punjab is not a Ramsar site? मैं थोड़ी देर पहले दस्सिया
कि वैसे ਤਾਂ ਬਹੁਤ ਸਾਰੇ ਵੈਟਲੈਂਡਸ ਹੈਗੇ ਆ ਬਟ 6 ਆਰ ਆਫ ਇੰਟਰਨੈਸ਼ਨਲ ਇੰਪੋਰਟੈਂਸ ਰਾਮਸਰ ਸਾਈਟਸ ਹੈਗੀਆਂ ਠੀਕ ਹੈ ਕਿਹੜੀ ਨਹੀਂ ਹੈ ਇਹ ਚਾਰ ਆਪਸ਼ਨਸ ਦੇ ਵਿੱਚ ਕੇਸ਼ੋਪੁਰ ਮੀਆਂ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਰਣਜੀਤ ਸਾਗਰ ਵੈਟਲੈਂਡ ਰੋਪੜ ਵੈਟਲੈਂਡ ठीक है तो मैं ਤੁਹਾਨੂੰ ਨਾ ਉਹ 6 ਵੈਟਲੈਂਡਸ ਦੀ ਲਿਸਟ ਦੱਸ ਦਿੰਨਾ ਕਲੀਅਰ ਦੇਖੋ ਰੋਪੜ ਵੈਟਲੈਂਡ ਹੈਗਾ ਉਹ ਹੈਗਾ ਪਾਰਟ ਉਹ ਰਾਮਸਰ ਸਾਈਟ ਹੈਗੀ ਹੈ ਨੰਗਲ ਵੈਟਲੈਂਡ ਹੈਗਾ ਅਨੰਦਪੁਰ ਸਾਹਿਬ ਦੇ ਨੇੜੇ ਉਹ ਰਾਮਸਰ ਸਾਈਟ ਹੈਗੀ ਹੈ ਕੇਸ਼ੋਪੁਰ ਮੀਆਂ is a Ramsar site ਬਿਆਸ ਕੰਜ਼ਰਵੇਸ਼ਨ ਰਿਜ਼ਰਵ ਇਹ ਵੀ ਰਾਮਸਰ ਸਾਈਟ ਹੈਗੀ ਹੈ ਤੇ ਆਪਣਾ ਹਰੀਕੇ ਤੇ ਕੰਜਲੀ ਕਪੂਰਥਲੇ ਵਾਲਾ ਇਹ 6 ਦੇ ਵੈਟਲੈਂਡ 6 ਦੇ 6 ਜਿਹੜੇ ਵੈਟਲੈਂਡਸ ਹੈਗੇ ਆ ਥੀਸ ਆਰ ਰਾਮਸਰ ਸਾਈਟਸ ਨਾਓ ਇਹ ਚਾਰ ਆਪਸ਼ਨਸ ਦੇ ਵਿੱਚ ਰਣਜੀਤ ਸਾਗਰ ਵੈਟਲੈਂਡ ਜਿਹੜਾ ਹੈਗਾ ਉਹ ਰਾਮਸਰ ਸਾਈਟ ਨਹੀਂ ਹੈ ਜੇ ਦੋ ਗੱਲ ਚੱਲ ਰਹੀ ਹੈ ਇਸ ਨੂੰ ਬਣਾਉਣ ਲਈ ਠੀਕ ਹੈ ਵੈਟਲੈਂਡ ਆਫ ਇੰਟਰਨੈਸ਼ਨਲ ਇੰਪੋਰਟੈਂਸ ਦਾ ਟੈਗ ਦੇਣ ਲਈ ਇਸ ਨੂੰ ਮਤਲਬ ਗੱਲ ਚੱਲ ਰਹੀ ਹੈ ਬਣ ਵੀ ਸਕਦਾ ਹੈ But as of now, Ranjit Sagar wetland is not a Ramsar site. These 6 sites are Ramsar sites. इसे करके इस क्वेश्चन का आंसर है C. ठीक है जी? चलो आगे चलते हैं. हाँ जी, history चो सवाल. Who was not the ruler of Delhi during the lifetime of Guru Nanak Dev Ji? सौखा सवाल है. But फिर भी mistake हो सकती है इस दे विच. Who was not the ruler of Delhi? Delhi दा बादशाह कौन नहीं सीगा ड्यूरिंग द लाइफ टाइम ऑफ श्री गुरु नानक देव जी ठीक है बाबर इब्राहिम लोधी सिकंदर लोधी खिजर खान चलो वैसे तुसी सारिਆਂ ਨੂੰ ਪਤਾ ਹੋਣਾ कि गुरु नानक देव जी ਦੇ ਲਾਈਫ ਟਾਈਮ ਬਾਰੇ ठीक है he was born in ਰਾਏਪੁਰ ਤਲਵੰਡੀ ਰਾਏ ਤਲਵੰਡੀ ਠੀਕ ਹੈ 1469 ਦੇ ਵਿੱਚ ਜਿਸ ਨੂੰ ਅਸੀਂ ਨਨਕਾਣਾ ਸਾਹਿਬ ਕਹਿੰਦੇ ਆ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ 1539 ਦੇ ਵਿੱਚ ठीक है करतारपुर दे विच ये उन्हां दा लाइफ टाइम सीगा क्लियर जी नाउ इस दौरान दिल्ली दी सत्ता किस दे कोल सीगी देखो लोधी जेड़ी डायनेस्टी हैगी है ठीक है वो काबिज सीगे दिल्ली दे उत्ते फ्रॉम 1451 टू 1526 1526 ਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਦਿੱਲੀ ਦੇ ਵਿੱਚ ਮੁਗਲਾਂ ਦਾ ਰਾਜ ਕਾਇਮ ਕਰਤਾ ਸੀ ਕਲੀਅਰ ਨਾਓ 1451 ਤੋਂ ਲੈ ਕੇ 1526 ਦੇ ਵਿੱਚ ਜਿਹੜਾ ਬਹਲੋਲ ਲੋਧੀ ਸੀਗਾ ਫਰਸਟ ਵਨ ਉਹ ਸੀਗਾ 1451 ਤੋਂ ਲੈ ਕੇ 1489 ਤੱਕ ਐਮਪਰਰ ਸਿਕੰਦਰ ਲੋਧੀ ਜਿਹੜਾ ਸੀਗਾ ਉਹ ਸੀਗਾ 1489 ਤੋਂ ਲੈ ਕੇ 1517 ਤੱਕ ਤੇ 1517 ਤੋਂ ਲੈ ਕੇ 1526 ਤੱਕ ਜਦ ਬਾਬਰ ਆਇਆ ਹਿੰਦੁਸਤਾਨ ਦੇ ਵਿੱਚ ਉਹ ਸੀਗੇ ਇਬਰਾਹਿਮ ਲੋਧੀ ਠੀਕ ਹੈ 1517 till 1526 ਤਾਂ ਅਸੀਂ ਸੇਫਲੀ ਕਹਿ ਸਕਦੇ ਹਾਂ ਬਹਲੋਲ ਲੋਧੀ ਗੁਰੂ ਨਾਨਕ ਦੇਵ ਜੀ ਦੇ ਲਾਈਫ ਟਾਈਮ ਦੇ ਦੌਰਾਨ ਐਮਪਰਰ ਸੀਗਾ ਸਿਕੰਦਰ ਲੋਧੀ ਸੀਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ 1489 ਦੇ ਵਿੱਚ ਬਹਲੋਲ ਲੋਧੀ ਗਿਆ ਸਿਕੰਦਰ ਲੋਧੀ ਸੀਗਾ ਇਬਰਾਹਿਮ ਲੋਧੀ ਵੀ ਸੀਗਾ ਬਾਬਰ ਵੀ ਸੀਗਾ ਹੁਮਾਯੂੰ ਵੀ ਸੀਗਾ ਬਿਕੋਜ਼ ਬਾਬਰ ਫੌਤ ਹੋ ਜਾਂਦਾ ਹੈ ਮਰ ਜਾਂਦਾ ਹੈ 1530 ਦੇ ਵਿੱਚ ਤੇ 1530 ਤੋਂ ਲੈ ਕੇ 1539 ਤੱਕ ਆਪਣਾ ਹੁੰਦਾ ਹੈ ਹੁਮਾਯੂੰ ਤੇ ਥੋੜਾ ਟਾਈਮ ਸ਼ੇਰਸ਼ਾਹ ਸੂਰੀ ਵੀ ਆਂਦਾ ਹੈ ਤੇ ਇਹ ਸਾਰੇ ਐਮਪਰਰ ਸੀਗੇ ਦਿੱਲੀ ਦੇ ਉੱਤੇ ਕਾਬਿਜ਼ ਡਿਊਰਿੰਗ ਗੁਰੂ ਨਾਨਕ ਦੇਵ ਜੀ ਲਾਈਫ ਟਾਈਮ ठीक है हाँ लोधी तो पहला 1451 तो जस्ट पहला केड़ी डायनेस्टी चल रही सी सैयद डायनेस्टी चल रही सी जिस दे रूलर सीगे खिजर खान वो 1451 तो जस्ट पहला सीगे ठीक है ਤਾਂ ਇਸੇ ਕਰਕੇ ਇਸ ਕੁਐਸਚਨ ਦਾ ਜਿਹੜਾ ਆਨਸਰ ਹੈਗਾ ਉਹ ਖਿਜ਼ਰ ਖਾਨ ਹੈ ਬਿਕੋਜ਼ ਬਾਬਰ ਸੀਗਾ ਡਿਊਰਿੰਗ ਗੁਰੂ ਨਾਨਕ ਦੇਵ ਜੀ ਲਾਈਫ ਟਾਈਮ ਇਬਰਾਹਿਮ ਲੋਧੀ ਸੀਗਾ ਸਿਕੰਦਰ ਲੋਧੀ ਸੀਗਾ ਹੁਮਾਯੂੰ ਸੀਗਾ ठीक है बहलोल लोधी भी सीगा शेरशाह सूरी भी सीगा हाँ अकबर नहीं करना तो खिजर खान पहला सीगा ठीक है इस क्वेश्चन का आंसर हैगा डी आई होप तुहानू टाइमलाइन याद होगी क्लियर प्रोबेबल क्वेश्चन हैगा ये चलो जी हाँ जी विच ऑफ द फॉलोइंग वाज नॉट अ सूबा ड्यूरिंग महाराजा रणजीत सिंह जेड़ा महाराजा रणजीत सिंह दा एम्पायर सीगा खालसा एम्पायर सिख एम्पायर सीगा उस नू पूरे एम्पायर नू सूबियां दे विच वंडिया होया सी ਇਹ ਚਾਰ ਆਪਸ਼ਨਸ ਦੇ ਵਿੱਚ ਕਿਹੜੀ ਆਪਸ਼ਨ ਉਹ ਸੂਬਾ ਨਹੀਂ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਐਮਪਾਇਰ ਦਾ ਠੀਕ ਹੈ ਲਾਹੌਰ ਮੁਲਤਾਨ ਜਮਰੂਦ ਕਸ਼ਮੀਰ
ठीक है ना। महाराजा रणजीत सिंह ਦਾ ਜਿਹੜਾ ਪੂਰਾ ਦਾ ਪੂਰਾ ਸਿੱਖ ਐਮਪਾਇਰ ਸੀਗਾ ਉਹ 4 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ। ਉਹ 4 ਸੂਬਿਆਂ ਦੇ ਨਾਂ ਹੈਗੇ ਲਾਹੌਰ, ਦੂਜਾ ਸੀਗਾ ਆਪਣਾ ਕਸ਼ਮੀਰ, ਤੀਜਾ ਸੀਗਾ ਮੁਲਤਾਨ ਤੇ ਚੌਥਾ ਸੀਗਾ ਆਪਣਾ पेशावर। ਵਾਈ पेशावर उस प्रोविंस ਦਾ ਨਾਂ ਸੀਗਾ ਜਿਹੜਾ ਅਫਗਾਨੀ ਟੈਰੀਟਰੀਜ਼ ਨੂੰ ਹੈਂਡਲ ਕਰਦਾ ਸੀ। ਇਹ ਬਸ 4 ਪ੍ਰੋਵਿੰਸਸ ਸੀਗੇ, ਠੀਕ ਹੈ। ਜਿਹੜਾ ਜਮਰੂਦ ਸੀਗਾ ਨਾ ਉਹ पेशावर ਪ੍ਰੋਵਿੰਸ ਦਾ ਹਿੱਸਾ ਸੀ। ਉਸ ਦਾ ਨਾਂ पेशावर ਪ੍ਰੋਵਿੰਸ ਨਹੀਂ ਸੀਗਾ, ਸੌਰੀ ਉਸ ਦਾ ਨਾਂ ਜਮਰੂਦ ਪ੍ਰੋਵਿੰਸ ਨਹੀਂ ਸੀਗਾ। ਜਮਰੂਦ ਇੱਕ ਟੈਰੀਟਰੀ ਸੀਗੀ ਜਿਹੜੀ पेशावर ਪ੍ਰੋਵਿੰਸ ਦੇ ਵਿੱਚ ਲਾਈ ਕਰਦੀ ਸੀ। ਅਸੀਂ ਜਾਣਦੇ ਹਾਂ ਨਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਮਰੂਦ ਵੀ ਫਤਿਹ ਕਰਿਆ ਸੀ, ਹੈਨਾ। ਤਾਂ ਜਮਰੂਦ ਟੈਰੀਟਰੀ ਦਾ ਹਿੱਸਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਐਮਪਾਇਰ ਦਾ, ਪਰ ਉਹ पेशावर ਪ੍ਰੋਵਿੰਸ ਦੇ ਅੰਡਰ ਆਉਂਦਾ ਸੀ, ਠੀਕ ਹੈ। ਜਮਰੂਦ ਆਪਣੇ ਆਪ ਦੇ ਵਿੱਚ ਪ੍ਰੋਵਿੰਸ ਨਹੀਂ ਸੀਗਾ। ਪ੍ਰੋਵਿੰਸ ਦਾ ਨਾਂ ਸੀਗਾ, ਸੂਬੇ ਦਾ ਨਾਂ ਸੀਗਾ पेशावर, ਸੂਬੇ ਦਾ ਨਾਂ ਸੀਗਾ ਮੁਲਤਾਨ, ਸੂਬੇ ਦਾ ਨਾਂ ਸੀ ਕਸ਼ਮੀਰ, ਸੂਬੇ ਦਾ ਨਾਂ ਸੀ ਲਾਹੌਰ, ਠੀਕ ਹੈ। ਤਾਂ ਇਹ ਸੂਬੇ ਦੇ ਨਾਂ ਸੀਗੇ। ਜਮਰੂਦ ਇੱਕ ਟੈਰੀਟਰੀ ਸੀਗੀ ਜਿਹੜੀ पेशावर ਸੂਬੇ ਦੇ ਵਿੱਚ ਆਉਂਦੀ ਸੀ, ਕਲੀਅਰ। ਤੇ ਉਹ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਪੂਰਾ ਜਿਹੜਾ ਟੈਰੀਟੋਰੀਅਲ ਐਡਮਿਨਿਸਟ੍ਰੇਸ਼ਨ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ, ਉਸ ਨੂੰ ਉਹਦੀ ਟੈਰੀਟੋਰੀਅਲ ਡਿਵੀਜ਼ਨਸ ਕੀ ਸੀਗੀ, ਐਡਮਿਨਿਸਟ੍ਰੇਟਿਵ ਡਿਵੀਜ਼ਨਸ ਕੀ ਸੀਗੀ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸੂਬਾ ਸੀਗਾ, ਫਿਰ ਸੂਬਿਆਂ ਨੂੰ ਤੁਸੀਂ ਪਰਗਨਾ ਦੇ ਵਿੱਚ ਵੰਡਿਆ ਹੋਇਆ ਸੀ, ਹੈਨਾ। ਪਰਗਨਾਜ਼ ਨੂੰ ਤੁਸੀਂ ਤਾਲੁਕ ਦੇ ਵਿੱਚ ਵੰਡਿਆ ਹੋਇਆ ਸੀ ਤੇ ਤਾਲੁਕ ਬਣੇ ਹੋਏ ਸੀ ਬਹੁਤ ਸਾਰੇ ਵਿਲੇजेस ਦੇ। ਵਿਲੇਜ ਨੂੰ ਕਹਿੰਦੇ ਸੀ ਮੌਜ਼ਾ, ਪਿੰਡ, ਠੀਕ ਹੈ। ਤੁਸੀਂ ਆਹ ਹਿਸਾਬ ਲਾ ਲਓ ਕਿ ਸੂਬਾ ਹੋ ਗਈ ਮਾਡਰਨ ਸਟੇਟ, ਮਾਡਰਨ ਸਿਸਟਮ ਦੇ ਹਿਸਾਬ ਨਾਲ ਸੂਬਾ ਹੋ ਗਈ ਸਟੇਟ, ਪਰਗਨਾ ਹੋ ਗਿਆ ਡਿਸਟ੍ਰਿਕਟ, ਤਾਲੁਕ ਹੋ ਗਿਆ ਸਬ ਡਿਵੀਜ਼ਨ ਜਿਹੜੀ ਸਬ ਡਿਵੀਜ਼ਨ ਹੁੰਦੀ ਹੈ, ਤੇ ਮੌਜ਼ਾ ਹੋ ਗਿਆ ਪਿੰਡ, ਵਿਲੇਜ, ਰਾਈਟ। ਇਸ ਹਿਸਾਬ ਨਾਲ ਟੈਰੀਟੋਰੀਅਲ ਜਾਂ ਐਡਮਿਨਿਸਟ੍ਰੇਟਿਵ ਡਿਵੀਜ਼ਨ ਸੀਗੀ ਪੂਰੀ ਟੈਰੀਟਰੀ ਦੀ। ਸੂਬਾ, ਸੂਬੇ ਨੂੰ ਵੰਡਿਆ ਹੋਇਆ ਸੀ ਡਿਫਰੈਂਟ ਪਰਗਨਾਸ ਦੇ ਵਿੱਚ, ਪਰਗਨਾ ਨੂੰ ਕੀਤਾ ਹੋਇਆ ਸੀ ਤਾਲੁਕ, ਤਾਲੁਕ ਨੂੰ ਮੌਜ਼ਾ ਦੇ ਵਿੱਚ। ਖੈਰ ਜਮਰੂਦ ਇਸ ਕੁਐਸਚਨ ਦਾ ਆਨਸਰ ਹੈਗਾ, ਕਲੀਅਰ। ਇਹ ਤਾਂ ਮੈਂ ਐਕਸਟਰਾ ਇਨਫੋਰਮੇਸ਼ਨ ਦੱਸੀ ਹੈ। ਚਲੋ ਜੀ 5th ਕੁਐਸਚਨ। ਇਹ 5th ਕੁਐਸਚਨ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਹੀ ਸੰਬੰਧਿਤ ਹੈ। Consider the following statements regarding Sikh-Nepalese War of 1809. It was fought for the control of Kangra. Okay, the two monarchs on each side were Bhim Singh Thapa and Maharaja Ranjit Singh. ठीक है, चलो ये देखते हैं। It was fought for the control of Kangra, बिल्कुल सही। The two monarchs मतलब नेपाल दा राजा कौन सीगा? भीम सेन थापा ਤੇ ਸਿੱਖ ਐਮਪਾਇਰ ਦਾ ਰਾਜਾ ਸੀਗੇ ਮਹਾਰਾਜਾ ਰਣਜੀਤ ਸਿੰਘ। ਇਹ ਵੀ ਬਿਲਕੁਲ ਠੀਕ ਸਟੇਟਮੈਂਟ ਹੈ। ਬਾਕੀ ਮੈਂ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਦੱਸ ਦਿੰਦਾ ਵਿਦ ਰਿਸਪੈਕਟ ਟੂ ਸਿੱਖ ਨੈਪਲੀਜ਼ ਵਾਰ। ਇੱਕ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ 1809 ਦੇ ਵਿੱਚ ਹੋਇਆ, ਬਿਲਕੁਲ ਹੋਇਆ। ਤੇ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ? ਦੇਖੋ ਜਿਹੜੇ ਨੇਪਾਲ ਦੀ ਕਿੰਗਡਮ ਸੀਗੀ ਨਾ ਉਹ ਬਹੁਤ ਪਾਵਰਫੁਲ ਸੀਗੀ ਇਸ ਦੌਰਾਨ, ਤੇ ਉਹ ਨਾ ਐਕਸਪੈਂਡ ਕਰੀ ਜਾ ਰਹੇ ਸੀ। ਜਿਹੜਾ 1790s ਦੇ ਵਿੱਚ ਇਹਨਾਂ ਨੇ ਉੱਤਰਾਖੰਡ ਵਾਲਾ ਏਰੀਆ ਵੀ ਕੈਪਚਰ ਕਰ ਲਿਆ ਸੀ ਕਾਠਮੰਡੂ ਤੋਂ, ਠੀਕ ਹੈ। ਨੇਪਾਲ ਦੀ ਜਿਹੜੀ ਪੂਰੀ ਕਿੰਗਡਮ ਸੀ ਇਹਨਾਂ ਨੇ ਉੱਤਰਾਖੰਡ ਵੀ ਕੈਪਚਰ ਕਰ ਲਿਆ, ਠੀਕ ਹੈ। ਉਸ ਨੂੰ ਕਹਿੰਦੇ ਸੀ ਕਿੰਗਡਮ ਆਫ ਕੁਮਾਊਂ। 1790 ਜਾਂ 91 ਦੇ ਵਿੱਚ ਉਹ ਕੈਪਚਰ ਕਰ ਲਿਆ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਅਸੀਂ ਹੋਰ ਐਕਸਪੈਂਡ ਕਰਾਂਗੇ, ਅਸੀਂ ਸਤਲੁਜ ਤੱਕ ਜਾਵਾਂਗੇ, ਠੀਕ ਹੈ। ਸਤਲੁਜ ਜਾ ਕੇ ਫਿਰ ਅਸੀਂ ਕਸ਼ਮੀਰ ਵੱਲ ਰੁਖ ਕਰਾਂਗੇ। ਤਾਂ ਜਿਹੜਾ ਭੀਮ ਸੈਨ ਥਾਪਾ ਸੀਗਾ ਉਸਦਾ ਇੱਕ ਜਰਨੈਲ ਸੀਗਾ ਅਮਰ ਸਿੰਘ ਥਾਪਾ। ਉਹ ਬਹੁਤ ਕਾਬਿਲ ਜਰਨੈਲ ਸੀਗਾ ਤੇ ਭੀਮ ਸੈਨ ਥਾਪੇ ਨੂੰ ਲੱਗਦਾ ਸੀ ਕਿ ਯਾਰ ਅਸੀਂ ਇੱਕ ਕਰਕੇ ਨਾ ਐਕਸਪੈਂਡ ਕਰਦੇ ਜਾਵਾਂਗੇ, ਠੀਕ ਹੈ। ਤਾਂ ਇਹਨਾਂ ਨੇ ਨਾ 1807 ਦੇ ਵਿੱਚ ਕੋਸ਼ਿਸ਼ ਕੀਤੀ ਕਿ ਆਪਾਂ ਕਾਂਗੜਾ ਨੂੰ ਕੈਪਚਰ ਕਰ ਲਈਏ, ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਕਾਂਗੜਾ ਹੈ। ਤੇ ਅਮਰ ਸਿੰਘ ਥਾਪੇ ਨੇ, ਜਿਹੜਾ ਭੀਮ ਸੈਨ ਥਾਪੇ ਦਾ ਜਰਨੈਲ ਸੀਗਾ, 1807 ਦੇ ਵਿੱਚ ਉਹਨੇ ਕਾਂਗੜਾ ਕੈਪਚਰ ਕਰ ਲਿਆ, ਫਤਿਹ ਕਰ ਲਿਆ, ਠੀਕ ਹੈ। ਜਿਹੜਾ ਕਾਂਗੜੇ ਦਾ ਰਾਜਾ ਸੀਗਾ ਉਹ ਭੱਜਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਕੋਲ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਮੈਨੂੰ ਬਚਾਓ, ਇਹ ਜਿਹੜੇ ਗੁਰਖੇ ਹੈਗੇ ਆ, ਇਹ ਜਿਹੜੇ ਨੈਪਲੀਜ਼ ਹੈਗੇ ਆ, ਇਹ ਐਕਸਪੈਂਡ ਕਰਦੇ ਜਾ ਰਹੇ ਆ, ਮੇਰੀ ਇਹਨਾਂ ਨੇ ਪੂਰੀ ਮੇਰੀ ਰਿਆਸਤ ਬੁੱਚ ਲਈ ਹੈ, ਪੂਰੀ ਰਿਆਸਤ ਲੈ ਲਈ ਇਹਨਾਂ ਨੇ, ਠੀਕ ਹੈ। ਤਾਂ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਗਏ
ਤਾਂ ਮਹਾਰਾਜਾ ਰਣਜੀਤ ਸਿੰਘ 807 ਦੇ ਵਿੱਚ ਰਿਲੈਕਟੈਂਟ ਸੀਗੇ, ਉਹ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਸੀ। ਉਹਨਾਂ ਨੂੰ ਲੱਗਦਾ ਸੀ ਠੀਕ ਹੈ ਤੁਹਾਡੀ ਆਪਸ ਦੀ ਰੰਜਿਸ਼ ਹੈਗੀ ਹੈ, ਕਰਨ ਦੋ ਯਾਰ ਨੇਪਾਲੀਆਂ ਨੂੰ ਜੋ ਕੁਝ ਵੀ ਕਰ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਵਾਸ ਰਿਲੈਕਟੈਂਟ, ਬਟ ਅਮਰ ਸਿੰਘ ਥਾਪੇ ਨੇ ਨਾ ਥੋੜੀ ਬਹੁਤੀ ਧਮਕੀ ਜੀ ਦੇਤੀ। ਅਮਰ ਸਿੰਘ ਥਾਪੇ ਨੇ ਕਿਹਾ ਹੁਣ ਮੈਂ ਕਸ਼ਮੀਰ ਜਾ ਰਿਹਾ ਤੇ ਕਸ਼ਮੀਰ ਫਤਿਹ ਕਰਨਾ, ਤੇ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ ਅੱਖਾਂ ਸੀਗੀਆਂ ਕਸ਼ਮੀਰ ਵੱਲ, ਠੀਕ ਹੈ, ਟੈਰੀਟਰੀ ਉਹਨਾਂ ਦੀ ਸੀਗੀ, ਉਹਨਾਂ ਨੇ ਪੂਰਾ ਆਪਣਾ ਕਬਜ਼ਾ ਰੱਖਣਾ ਸੀ ਕਸ਼ਮੀਰ ਦੇ ਵਿੱਚ। ਇਹ ਥ੍ਰੈਟਨਿੰਗ ਲੱਗਿਆ ਮਹਾਰਾਜਾ ਰਣਜੀਤ ਸਿੰਘ ਨੂੰ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਡਿਸਾਈਡ ਕਰਦੇ ਆ 1809 ਦੇ ਵਿੱਚ ਕਿ ਯਾਰ ਇਹ ਜਿਹੜੇ ਅਮਰ ਸਿੰਘ ਥਾਪਾ ਹੈ, ਜਿਹੜੇ ਥਾਪੇ ਹੈਗੇ ਆ, ਇਹ ਜਿਹੜੇ ਗੋਰਖਾਸ ਹੈਗੇ ਆ, ਇਹਨਾਂ ਨੂੰ ਰੋਕਣਾ ਪੈਣਾ ਹੈ, ਠੀਕ ਹੈ, ਬਿਕੋਜ਼ ਅੱਜ ਤੱਕ ਕਾਂਗੜਾ ਲੈ ਕੇ ਜਾ ਰਹੇ ਆ, ਇਹ ਬਾਅਦ ਦੇ ਵਿੱਚ ਕਸ਼ਮੀਰ ਦੇ ਵਿੱਚ ਮੈਨੂੰ ਤੰਗ ਕਰਾਂਗੇ। ਕਲੀਅਰ? ਤਾਂ ਸਿੱਖਸ ਐਕਚੁਅਲੀ ਇਨੀਸ਼ੀਏਟ ਅ ਵਾਰ ਅਗੇਂਸਟ ਇਹ ਨੇਪਾਲੀਜ਼, ਠੀਕ ਹੈ, ਤੇ 1809 ਦੇ ਵਿੱਚ ਹਰਾ ਦਿੰਦੇ ਆ ਨੇਪਾਲੀਆਂ ਨੂੰ, ਠੀਕ ਹੈ, ਨੇਪਾਲੀਜ਼ ਕਿੰਗਡਮ ਗੁਰਖਾਸ ਨੂੰ ਹਰਾ ਦਿੰਦੇ ਆ। ਨਾ ਗੁਰਖਾਸ ਵਰ ਅ ਵਾਰੀਅਰ ਰੇਸ। ਹਾਰ ਦੇ ਬਾਅਦ ਨਾ ਉਹਨਾਂ ਦੀ ਪ੍ਰਾਈਡ ਠੀਕ ਠਾਕ ਸ਼ੈਟਰ ਹੋ ਗਈ, ਬਟ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਡਿਫੀਟਸ ਅਮਰ ਸਿੰਘ ਥਾਪਾ ਐਂਡ ਭੀਮ ਸਿੰਘ ਥਾਪਾ ਐਂਡ ਵਿਨਸ ਦ ਟੈਰੀਟਰੀ ਆਫ ਕਾਂਗੜਾ। ਕਲੀਅਰ? ਹਿਮਾਚਲ ਦੀ ਕਾਫੀ ਹੱਦ ਤੱਕ ਪਹਾੜੀ ਇਲਾਕਾ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਕਲੀਅਰ? ਇਹ ਕਹਾਣੀ ਸੀਗੀ, ਠੀਕ ਹੈ। ਬਾਕੀ ਇਹ ਦੋਨੋਂ ਸਟੇਟਮੈਂਟ ਸਹੀ ਹੈਗੀ ਸੀ। ਚਲੋ ਜੀ, ਕੁਐਸਚਨ ਨੰਬਰ 6 ਥੋੜਾ ਇਕਨੋਮੀ ਦੇਖਦੇ ਹਾਂ, ਹਿਸਟੋਰੀਕਲ ਇਕਨੋਮੀ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਪੰਜਾਬ ਇਕਨੋਮੀ ਡਿਊਰਿੰਗ ਮੁਗਲ ਪੀਰੀਅਡ। ਮੁਗਲ ਪੀਰੀਅਡ ਦੇ ਦੌਰਾਨ ਪੰਜਾਬ ਦੀ ਜਿਹੜੀ ਟੈਰੀਟਰੀ ਹੈ ਉਸ ਦੇ ਵਿੱਚ ਇਕਨੋਮਿਕ ਸਿਚੁਏਸ਼ਨ ਕੀ ਸੀਗੀ? Islamic economics was fully implemented in Punjab during this period. ਪੰਜਾਬ ਦੇ ਵਿੱਚ economics ਦੀ ਇੱਕ ਬ੍ਰਾਂਚ ਹੁੰਦੀ ਹੈ Islamic economics, ਉਹ ਇੰਪਲੀਮੈਂਟ ਹੋ ਰਹੀ ਸੀ। ਓਕੇ, ਬਾਰਟਰ ਸਿਸਟਮ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਬਾਰਟਰ ਸਿਸਟਮ ਕੀ ਹੁੰਦਾ ਹੈ, ਐਕਸਚੇਂਜ ਕਰਦੇ ਹਾਂ ਜਿਸ ਦੇ ਵਿੱਚ ਗੁੱਡਸ। ਬਾਰਟਰ ਸਿਸਟਮ became rare and monetary system was fully established. Most foreign trade ਜਾਂ external trade happened through Khyber Pass, ਜਿਹੜਾ ਅਫਗਾਨਿਸਤਾਨ ਦੇ ਬਾਰਡਰ ਤੇ ਹੈਗਾ ਖਾਈਬਰ ਪਾਸ, ਠੀਕ ਹੈ। ਨਾਓ ਤਿੰਨੇ ਸਟੇਟਮੈਂਟਸ ਦੇਖਦੇ ਹਾਂ। ਦੇਖੋ, ਜਦ ਮੁਗਲਾਂ ਦਾ ਰਾਜ ਸੀਗਾ ਤੇ ਪੰਜਾਬ ਦੇ ਵਿੱਚ ਇਸਲਾਮਿਕ ਇਕਨੋਮਿਕਸ ਹੀ ਫੋਲੋ ਹੋ ਰਹੀ ਸੀ, ਬਿਲਕੁਲ ਸਹੀ ਗੱਲ ਹੈ। ਤੇ ਇਸਲਾਮਿਕ ਇਕਨੋਮਿਕਸ ਕੀ ਹੁੰਦੀ ਹੈ? ਇਕਨੋਮਿਕਸ ਦੇ ਉਹ ਸਾਰੇ ਪ੍ਰਿੰਸੀਪਲਸ ਜਿਹੜੇ ਇਸਲਾਮਿਕ ਲਾਅ ਨਾਲ ਸਿੰਕ ਦੇ ਵਿੱਚ ਹੈ, ਠੀਕ ਹੈ। ਇਸਲਾਮਿਕ ਲਾਅ ਨੂੰ ਅਸੀਂ ਕੀ ਕਹਿੰਦੇ? ਸ਼ਰੀਆ। ਤਾਂ ਇਕਨੋਮਿਕਸ ਦੇ ਵਿੱਚ ਜੋ ਕੁਝ ਸ਼ਰੀਆ ਦੇ ਮੁਤਾਬਿਕ ਹੋ ਰਿਹਾ ਹੈ ਉਹ ਤਾਂ ਪਰਮਿਟਡ ਹੈ, ਜੋ ਚੀਜ਼ਾਂ ਸ਼ਰੀਆ ਦੇ ਅਗੇਂਸਟ ਹੈਗੀਆਂ ਉਹ ਅਲਾਉਡ ਨਹੀਂ ਹੋਣੀ, ਠੀਕ ਹੈ। ਇਸ ਨੂੰ ਹੀ ਅਸੀਂ ਇਸਲਾਮਿਕ ਇਕਨੋਮਿਕਸ ਕਹਿੰਦੇ ਹਾਂ। ਇਕਨੋਮਿਕਸ ਜਿਸ ਦੇ ਵਿੱਚ ਸ਼ਰੀਆ ਹੈਗਾ, ਇਸਲਾਮਿਕ ਲਾਅ ਹੈਗਾ। ਜਿੱਦਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਦੇਖੋ ਜਿਹੜੀ ਸ਼ਰਾਬ ਹੁੰਦੀ ਹੈ ਉਹ ਹਰਾਮ ਹੈਗੀ ਹੈ ਸ਼ਰੀਆ ਦੇ ਮੁਤਾਬਿਕ ਇਸਲਾਮ ਦੇ ਵਿੱਚ, ਹੈ ਨਾ। ਤਾਂ ਸ਼ਰਾਬ ਦਾ ਕੋਈ ਟ੍ਰੇਡ ਨਹੀਂ ਹੋਣਾ। ਹੁੰਦਾ ਸੀ ਉਸ ਵੇਲੇ, ਉਹ ਨਹੀਂ ਮੈਂ ਕਹਿ ਰਿਹਾ ਕਿ ਬਿਲਕੁਲ ਹੀ ਬੈਨ ਸੀਗਾ, ਹੁੰਦਾ ਸੀਗਾ, ਪਰ ਯਾਰ ਇਹ ਕਹਿੰਦੇ ਸੀ ਕਿ ਯਾਰ ਅਸੀਂ ਨਹੀਂ ਕਰਨਾ। ਦੂਜੀ ਚੀਜ਼, ਤੁਹਾਨੂੰ ਪਤਾ ਹੈ ਲੋਨ ਤੇ ਜਿਹੜਾ ਇੰਟਰਸਟ ਮਿਲਦਾ ਹੈ ਇਸਲਾਮ ਦੇ ਵਿੱਚ ਉਸ ਨੂੰ ਹਰਾਮ ਕਹਿੰਦੇ ਆ। ਇਸਲਾਮ ਦੇ ਵਿੱਚ ਕਹਿੰਦੇ ਆ ਕਿ ਤੁਸੀਂ ਇੰਟਰਸਟ ਤੇ ਕਿਸੇ ਨੂੰ ਪੈਸਾ ਨਹੀਂ ਦੇਣਾ। ਜੇ ਤੁਸੀਂ ਪੈਸਾ ਕਿਸੇ ਨੂੰ ਦੇ ਕੇ ਇੰਟਰਸਟ ਕਮਾ ਰਹੇ ਹੋ ਤਾਂ ਉਹ ਹਰਾਮ ਹੁੰਦਾ ਹੈ। ਇਸ ਕਰਕੇ ਲੋਨ ਇੰਟਰਸਟ ਤੇ ਬਿਲਕੁਲ ਨਹੀਂ ਦੇਣਾ, ਉਹ ਬਿਲਕੁਲ ਬੈਨ ਹੈ। ਇਹ ਇਸਲਾਮਿਕ ਇਕਨੋਮਿਕਸ ਹੁੰਦੀ ਹੈ, ਠੀਕ ਹੈ। ਤਾਂ ਇਹ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਠੀਕ ਹੈ। ਥੋੜਾ ਬਹੁਤਾ ਚੱਲ ਰਿਹਾ ਸੀ, ਥੋੜਾ ਬਹੁਤਾ ਲੋਕ ਕੀ ਬਾਗੀ ਹੁੰਦੇ ਸੀ। ਬਾਰਟਰ ਸਿਸਟਮ became rare and monetary system was fully established. Now ਮੁਗਲਾਂ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਨਾ ਬਾਰਟਰ ਟ੍ਰੇਡ ਵੀ ਹੁੰਦਾ ਸੀ, ਪੈਸੇ ਦੇ ਨਾਲ ਵੀ ਟ੍ਰੇਡ ਹੁੰਦਾ ਸੀ, ਪਰ ਬਾਰਟਰ ਟ੍ਰੇਡ ਵੀ ਠੀਕ ਠਾਕ ਹੁੰਦਾ ਸੀ। ਬਟ ਜਦ ਮੁਗਲ ਆ ਗਏ ਨਾ ਤਾਂ ਪੰਜਾਬ ਦੇ ਵਿੱਚ ਮੋਨਿਟਰੀ ਸਿਸਟਮ, ਮਨੀ ਸਿਸਟਮ ਠੀਕ ਠਾਕ ਡਿਵੈਲਪ ਹੋ ਗਿਆ ਤੇ ਬਾਰਟਰ ਸਿਸਟਮ ਬਿਲਕੁਲ ਹੀ ਰੇਅਰ ਹੋ ਗਿਆ। ਇਹ ਵੀ ਠੀਕ ਹੈ ਗੱਲ। ਤੇ ਪੰਜਾਬ ਦਾ ਜਿੰਨਾ ਵੀ ਫੋਰਨ ਟ੍ਰੇਡ ਹੁੰਦਾ ਸੀ ਉਹ ਵਾਇਆ ਲੈਂਡ ਹੁੰਦਾ ਸੀ, ਵਾਇਆ ਅਫਗਾਨਿਸਤਾਨ ਹੁੰਦਾ ਸੀ। ਪੰਜਾਬ ਨੂੰ ਜੋ ਕੁਝ ਵੀ ਐਕਸਪੋਰਟ ਕਰਨਾ ਹੈ ਉਹ ਵਾਇਆ ਅਫਗਾਨਿਸਤਾਨ, ਮਿਡਲ ਈਸਟ, ਯੂਰਪ, ਰਸ਼ੀਆ ਤੱਕ ਜਾਊਗਾ, ਠੀਕ ਹੈ। ਵਾਇਆ ਅਫਗਾਨਿਸਤਾਨ ਹੀ ਸਾਰਾ ਪੰਜਾਬ ਦਾ ਟ੍ਰੇਡ ਹੁੰਦਾ ਸੀ, ਇੰਪੋਰਟ ਐਕਸਪੋਰਟ ਹੁੰਦਾ ਸੀ। ਤੇ ਪੰਜਾਬ ਦੇ ਵਿੱਚ ਜਾਂ ਪੰਜਾਬ ਅਫਗਾਨਿਸਤਾਨ ਦਾ ਜਿਹੜਾ ਲਿੰਕ ਸੀਗਾ ਉਹ ਸੀਗਾ ਖਾਈਬਰ ਪਾਸ ਦੇ ਥਰੂ। ਇਸੇ ਕਰਕੇ ਮੋਸਟ ਐਕਸਟਰਨਲ ਟ੍ਰੇਡ ਹੈਪਨਡ ਥਰੂ ਖਾਈਬਰ ਪਾਸ। ਇਹ ਵੀ ਬਿਲਕੁਲ ਸਹੀ ਸਟੇਟਮੈਂਟ ਹੈ ਤੇ ਆਨਸਰ ਬਣਦਾ ਆਪਣਾ ਡੀ, ठीक है। याद रखना है सारे फैक्ट्स, क्लियर। चलो जी, क्वेश्चन नंबर 7। पंजाब प्रोवाइडेड इलेक्ट्रिसिटी टू ऑल इट्स विलेजेस इन 1974, okay। By 1981 Punjab's GDP per capita had become the highest among Indian states and union territories. All right, which of the above statements is are correct? तो ਤੁਹਾਨੂੰ ਸੱਚੀ ਗੱਲ ਦੱਸਾਂ,
ਤੁਹਾਨੂੰ ਪਤਾ ਹੈ 1974 ਦੇ ਵਿੱਚ ਪੰਜਾਬ became the first state in India to provide electricity to all its villages. ਪਹਿਲੀ ਸਟੇਟ ਸੀਗੀ ਪੰਜਾਬ ਜਿਹੜੀ ਆਪਣੇ ਸਾਰੇ ਰੂਰਲ ਏਰੀਆਜ਼ ਨੂੰ ਇਲੈਕਟ੍ਰੀਫਾਈ ਕਰ ਚੁੱਕੀ ਸੀ, ਠੀਕ ਹੈ, ਤੇ ਇਹ ਉਪਲਬਧੀ ਸੀਗੀ ਪੰਜਾਬ ਦੀ। ਤਾਂ ਪਹਿਲੀ ਸਟੇਟਮੈਂਟ ਤਾਂ ਬਿਲਕੁਲ ਸਹੀ ਹੈ। 1974 ਦੇ ਵਿੱਚ ਨਾ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਕੰਪਲੀਟ ਹੋਇਆ ਸੀ, ਜਿਹੜਾ ਬਠਿੰਡੇ ਦਾ ਆਪਣਾ ਥਰਮਲ ਪਾਵਰ ਪਲਾਂਟ ਹੈ। ਜਸਟ ਉਹਦੇ ਬਾਅਦ ਪੰਜਾਬ ਇੰਨੀ ਬਿਜਲੀ ਪ੍ਰੋਡਿਊਸ ਕਰ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਸਪਲਾਈ ਕਰ ਸਕੇ, ਠੀਕ ਹੈ। ਤਾਂ 1974 ਦੇ ਵਿੱਚ ਜਸਟ ਥੋੜਾ ਹੀ ਟਾਈਮ ਹੋਇਆ ਸੀ ਗੁਰੂ ਨਾਨਕ ਦੇਵ ਜੀ ਥਰਮਲ ਪਾਵਰ ਪਲਾਂਟ, ਜਿਹੜਾ ਬਠਿੰਡੇ ਦਾ ਥਰਮਲ ਪਾਵਰ ਪਲਾਂਟ ਹੈ, ਉਸਨੂੰ ਕੰਪਲੀਟ ਹੋਏ 1974 ਦੇ ਵਿੱਚ। ਤਾਂ ਪੰਜਾਬ ਇਲੈਕਟ੍ਰੀਫਾਈ ਹੋ ਗਿਆ ਸੀ, ਬਿਲਕੁਲ ਠੀਕ ਹੈ। ਬਾਈ 1981 ਪੰਜਾਬ GDP ਪਰ ਕੈਪੀਟਾ, ਤੁਹਾਨੂੰ ਪਤਾ ਹੈ GDP ਪਰ ਕੈਪੀਟਾ, GDP ਡਿਵਾਈਡਡ ਬਾਈ ਪੋਪੂਲੇਸ਼ਨ, ਤਾਂ ਪੰਜਾਬ GDP per capita had become the highest among Indian states and union territories। ਆ ਵੀ ਬਿਲਕੁਲ ਸਹੀ ਸਟੇਟਮੈਂਟ ਹੈ। 1981 ਦੇ ਵਿੱਚ, ਹੁਣ ਤਾਂ ਵੱਖਰੀ ਗੱਲ ਹੈ, ਹੁਣ ਤਾਂ ਚੇਂਜਸ ਹੋ ਚੁੱਕੇ ਆ, ਬਹੁਤ ਸਾਰੀ ਸਟੇਟਸ ਅੱਗੇ ਵੱਧ ਗਈਆਂ, ਬਟ 1981 ਦੇ ਵਿੱਚ ਪੰਜਾਬ ਦੀ GDP per capita ਹਾਈਐਸਟ ਸੀਗੀ ਹਿੰਦੁਸਤਾਨ ਦੇ ਵਿੱਚ, ਤੇ ਉਸਦਾ ਸਾਰਾ ਕ੍ਰੈਡਿਟ ਜਾਂਦਾ ਸੀ ਗ੍ਰੀਨ ਰੈਵੋਲੂਸ਼ਨ ਨੂੰ। ਤੁਹਾਨੂੰ ਪਤਾ ਹੈ ਕਿ ਗ੍ਰੀਨ ਰੈਵੋਲੂਸ਼ਨ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਈ ਹੈ 1966 ਦੇ ਦੌਰਾਨ, 66-67 ਦੇ ਦੌਰਾਨ, ਹਨਾ। ਤਾਂ ਜ਼ਿਆਦਾਤਰ ਗ੍ਰੀਨ ਰੈਵੋਲੂਸ਼ਨ ਦੀ ਸਕਸੈਸ ਦੇਖੀ ਹੈ ਪੰਜਾਬ ਹਰਿਆਣਾ ਨੇ, ਪੰਜਾਬ ਹਰਿਆਣਾ ਤੇ ਵੈਸਟਰਨ ਉੱਤਰ ਪ੍ਰਦੇਸ਼, ਠੀਕ ਹੈ, ਬਟ ਪੰਜਾਬ ਮੋਸਟਲੀ। ਪਤਾ 1966-67 ਦੇ ਵਿੱਚ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਇੰਟਰੋਡਿਊਸ ਹੋਈ ਹੈ, ਤੇ ਬਾਈ 1970 70% ਜਿਹੜੀ ਫੂਡ ਗ੍ਰੇਨਸ ਹੈ ਪੂਰੇ ਹਿੰਦੁਸਤਾਨ ਦੀ, ਉਹ ਪੰਜਾਬ ਪ੍ਰੋਡਿਊਸ ਕਰ ਰਿਹਾ ਸੀ। 70% ਫੂਡ ਗ੍ਰੇਨਸ ਇੰਡੀਆ ਦੀ ਪੰਜਾਬ ਪ੍ਰੋਡਿਊਸ ਕਰ ਰਿਹਾ ਸੀ ਬਾਈ 1970 ਵਿਦਿਨ 4 ਇਅਰਸ ਆਫ ਗ੍ਰੀਨ ਰੈਵੋਲੂਸ਼ਨ। ਤੇ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਬਾਕੀ ਹਿੰਦੁਸਤਾਨ ਦੇ ਕਿਸਾਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਇਨਕਮ ਅਰਨ ਕਰ ਰਿਹਾ ਸੀ। ਐਵਰੀ ਈਅਰ ਪੰਜਾਬ ਦੇ ਕਿਸਾਨ ਦੀ ਇਨਕਮ ਵੱਧ ਰਹੀ ਸੀ ਬਾਈ 70%, ਆਲਮੋਸਟ ਡਬਲ ਹੋ ਰਹੀ ਹੈ ਇਨਕਮ, ਠੀਕ ਹੈ, 70s ਦੇ ਵਿੱਚ, ਠੀਕ ਹੈ। ਗ੍ਰੀਨ ਰੈਵੋਲੂਸ਼ਨ ਐਡੀ ਬੰਪਰ ਸਕਸੈਸ ਸੀਗੀ, ਕਲੀਅਰ। ਤਾਂ ਇਸੇ ਕਰਕੇ ਵਿਦਿਨ 10 ਇਅਰਸ 1981 ਜਦ ਤੱਕ ਆਇਆ, ਪੰਜਾਬ ਦੀ GDP ਪਰ ਕੈਪੀਟਾ ਹਾਈਐਸਟ ਹੋ ਗਈ ਹਿੰਦੁਸਤਾਨ ਦੇ ਵਿੱਚ। ਉਦੋਂ ਬਾਅਦ 1990s ਦੇ ਵਿੱਚ ਡਿਕਲਾਈਨ ਆਉਣਾ ਸ਼ੁਰੂ ਹੋਇਆ, ਪਰ ਪੰਜਾਬ ਨੇ ਬਹੁਤ ਸਾਰਾ ਟਾਈਮ, ਭੈੜਾ ਟਾਈਮ ਦੇਖਿਆ, ਉਹਦੇ ਕਰਕੇ ਹੋਇਆ, ਬਟ ਪੰਜਾਬ ਵਾਸ ਰਾਈਜ਼ਿੰਗ, ਠੀਕ ਹੈ। ਤਾਂ ਪਹਿਲੀ ਸਟੇਟਮੈਂਟ ਵੀ ਸਹੀ ਹੈ, ਦੂਜੀ ਸਟੇਟਮੈਂਟ ਵੀ ਸਹੀ ਹੈ, ਬੋਥ ਕਲੀਅਰ ਜੀ। ਚਲੋ, consider the following statements regarding Punjab government's MOU। MOU ਦੀ ਫੁੱਲ ਫਾਰਮ ਕੀ ਹੁੰਦੀ ਹੈ? ਮੈਮੋਰੈਂਡਮ, ਪਤਾ ਹੋਣਾ ਚਾਹੀਦਾ ਹੈ, ਆਫ ਅੰਡਰਸਟੈਂਡਿੰਗ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨੂੰ ਹੀ ਅਸੀਂ ਕਹਿੰਦੇ ਹਾਂ MOU, ਠੀਕ ਹੈ। ਤਾਂ ਪੰਜਾਬ ਸਰਕਾਰ ਦਾ ਤੇ ਇੱਕ ਕੰਪਨੀ ਹੈਗੀ ਹੈ ਵਰਜਿਨ ਹਾਈਪਰਲੂਪ 1। ਇਹ ਕੰਪਨੀ ਹੈਗੀ ਹੈ ਰਿਚਰਡ ਬ੍ਰਾਂਸਨ ਦੀ, ਬਹੁਤ ਤਗੜਾ ਬਿਲੀਅਨਰ ਹੈਗਾ, ਇੱਕ ਬਹੁਤ ਅਮੀਰ ਇਨਸਾਨ ਹੈ ਰਿਚਰਡ ਬ੍ਰਾਂਸਨ। ਇਸ ਦੀ 에ਅਰਲਾਈਨਸ ਹੈਗੀ ਹੈ ਵਰਜਿਨ 에ਅਰਲਾਈਨਸ, ਤੇ ਉਸ ਦੀ ਕੰਪਨੀ ਹੈ ਵਰਜਿਨ ਹਾਈਪਰਲੂਪ। ਇਹ ਕੰਪਨੀ ਪਤਾ ਕੀ ਕਰਦੀ ਹੈ? ਇਹ ਹਾਈਪਰਲੂਪਸ ਬਣਾਉਂਦੀ ਹੈ। ਹਾਈਪਰਲੂਪ ਪਤਾ ਕੀ ਹੈ? ਤੁਸੀਂ ਦੇਖਿਆ ਹੋਣਾ, ਇਹ ਫਿਊਚਰਿਸਟਿਕ ਜੀ ਟ੍ਰੇਨਸ ਹੁੰਦੀਆਂ ਜਿਹੜੀ ਪਟਰੀ ਨਾਲ ਟੱਚ ਨਹੀਂ ਹੁੰਦੀ। ਪਟਰੀ ਦੇ ਵਿੱਚ ਤੇ ਟ੍ਰੇਨ ਦੇ ਵਿੱਚ ਐਡਾ ਕੋਈ ਫਾਸਲਾ ਹੁੰਦਾ, ਤੇ ਮੈਗਨੈਟਿਕ ਫੋਰਸਿਸ ਦੇ ਥਰੂ ਇਹ ਹਾਈਪਰ ਸਪੀਡ ਦੇ ਵਿੱਚ ਟਰੈਵਲ ਕਰਦੀਆਂ, ਠੀਕ ਹੈ। ਇਹ ਜਿਹੜੀ ਟ੍ਰੇਨਸ ਹੁੰਦੀਆਂ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਹਾਈਪਰਲੂਪ ਟ੍ਰੇਨਸ। ਤੇ ਵਰਜਿਨ ਹਾਈਪਰਲੂਪ 1 ਉਹ ਕੰਪਨੀ ਹੈ ਜਿਹੜੀ ਹਾਈਪਰਲੂਪ ਟ੍ਰੇਨਸ ਬਣਾਉਂਦੀ ਹੈ, ਤੇ ਪੰਜਾਬ ਸਰਕਾਰ ਨੇ ਇਹਨਾਂ ਦੇ ਨਾਲ MOU ਕੀਤਾ ਹੈ, ਅਗਰੀਮੈਂਟ ਕੀਤਾ ਹੈ, ਠੀਕ ਹੈ। ਅਗਰੀਮੈਂਟ ਕੀ ਹੈ? It will check the feasibility of running a hyperloop between ਅੰਮ੍ਰਿਤਸਰ and ਚੰਡੀਗੜ੍ਹ। ਵਰਜਿਨ ਹਾਈਪਰਲੂਪ 1 ਨੂੰ ਕਿਹਾ ਪੰਜਾਬ ਸਰਕਾਰ ਨੇ ਕਿ ਤੁਸੀਂ ਨਾ ਚੈੱਕ ਕਰਿਓ ਕਿ ਤੁਸੀਂ ਇੱਕ ਹਾਈਪਰਲੂਪ ਬਣਾ ਸਕਦੇ ਹੋ ਬਿਟਵੀਨ ਚੰਡੀਗੜ੍ਹ ਐਂਡ ਅੰਮ੍ਰਿਤਸਰ, ਠੀਕ ਹੈ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ, ਇਹੀ ਕੁਝ ਲਿਖਿਆ ਹੋਇਆ ਇਸ MOU ਦੇ ਵਿੱਚ। ਤੇ ਜੇ ਇਹ ਬਣਾ ਗਏ ਇਹ ਹਾਈਪਰਲੂਪ, ਤਾਂ ਤੁਹਾਨੂੰ ਪਤਾ ਹੈ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਵਿੱਚ ਕਿੰਨਾ ਕੁ ਫਾਸਲਾ ਰਹਿ ਜਾਣਾ ਹੈ? 30 ਮਿੰਟਾਂ ਦਾ ਫਾਸਲਾ ਰਹਿ ਜਾਣਾ ਹੈ। ਅੱਧੇ ਘੰਟੇ ਦੇ ਵਿੱਚ ਤੁਸੀਂ ਚੰਡੀਗੜ੍ਹ ਚੋਂ ਅੰਮ੍ਰਿਤਸਰ ਪਹੁੰਚ ਸਕਦੇ ਹੋ, ਠੀਕ ਹੈ। ਤਾਂ ਦੂਜੀ ਸਟੇਟਮੈਂਟ ਵੀ ਸਹੀ ਹੈ। ਇਟ ਵਿਲ ਰਿਡਿਊਸ ਦ ਟਰੈਵਲ ਟਾਈਮ ਬਿਟਵੀਨ ਅੰਮ੍ਰਿਤਸਰ ਐਂਡ ਚੰਡੀਗੜ੍ਹ। ਰਸਤੇ ਦੇ ਵਿੱਚ ਲੁਧਿਆਣਾ ਤੇ ਜਲੰਧਰ ਦੇ ਵਿੱਚ ਸਟਾਪ ਹੋਣਾ ਹੈ, ਪਰ ਸਿੱਧਾ 30 ਮਿੰਟਾਂ ਦੇ ਵਿੱਚ ਤੁਹਾਨੂੰ ਪਹੁੰਚਾ ਦੇਣਾ ਇਹਨੇ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ, ਠੀਕ ਹੈ। ਤਾਂ ਜੇ ਇਹ ਬਣ ਗਿਆ, ਪਰ ਹਜੇ MOU ਕੀ ਹੋਇਆ ਹੈ? MOU ਹੋਇਆ ਕਿ ਤੁਸੀਂ ਚੈੱਕ ਕਰੋ ਅਸੀਂ ਬਣਾ ਸਕਦੇ ਹਾਂ ਕਿ ਨਹੀਂ ਬਣਾ ਸਕਦੇ। ਤਾਂ ਲੇਟੈਸਟ ਕਰੰਟ ਅਫੇਅਰਸ ਹੈਗੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹ ਦੋਨਾਂ ਸਟੇਟਮੈਂਟ ਸਹੀ ਹੈ। ਇਹ ਐਕਸਟਰਾ ਇਨਫੋਰਮੇਸ਼ਨ ਵੀ ਹੋ ਗਿਆ ਪੂਰਾ ਦਾ ਪੂਰਾ MCQ, ਇਹ ਯਾਦ ਰੱਖਣਾ ਇਸ ਫੈਕਟ ਨੂੰ। ਤੇ ਵਰਜਿਨ ਹਾਈਪਰਲੂਪ ਕਿਸ ਦੀ ਕੰਪਨੀ ਹੈ? ਰਿਚਰਡ ਬ੍ਰਾਂਸਨ ਦੀ।
both statements are correct. ठीक है जी, चलो consider the following statements regarding higher education in Punjab. Punjab has 23 universities, of which 10 are private, 9 are state, 1 is central university and 3 are deemed private universities ਹੁੰਦੀਆਂ ਜਿਹੜੀ, ਠੀਕ ਹੈ? Okay. One of the oldest institutions of medical education is the Christian Medical College CMC Ludhiana, which has existed since 1894. Now ਦੇਖੋ both statements are correct. ਸੌਖਾ question ਸੀਗਾ ਇਹ। ਪੰਜਾਬ ਦੇ ਵਿੱਚ ਟੋਟਲ ਕਿੰਨੀ ਯੂਨੀਵਰਸਿਟੀਜ਼ ਹੈ ਇਹ ਤੁਸੀਂ ਫੈਕਟ ਯਾਦ ਰੱਖਣਾ। ਵੈਸੇ ਇਸ MCQ ਦਾ ਪਰਪਸ ਹੀ ਇਹੀ ਸੀਗਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ, ਠੀਕ ਹੈ? 23 ਯੂਨੀਵਰਸਿਟੀਜ਼ ਹੈਗੀਆਂ ਜਿਹਦੇ ਚੋਂ 10 ਪ੍ਰਾਈਵੇਟ ਹੈਗੀਆਂ, 9 ਸਟੇਟ ਯੂਨੀਵਰਸਿਟੀ ਹੈ, 1 ਸੈਂਟਰਲ ਯੂਨੀਵਰਸਿਟੀ ਹੈ ਤੇ 3 ਡੀਮਡ ਯੂਨੀਵਰਸਿਟੀਜ਼ ਹੋਗੀ ਜਿੱਦਾਂ ਚਿਤਕਾਰਾ ਯੂਨੀਵਰਸਿਟੀ ਵਗੈਰਾ ਵਗੈਰਾ, ਠੀਕ ਹੈ? ਇਹ ਡੀਮਡ ਯੂਨੀਵਰਸਿਟੀ ਹੋਗੀ, ਠੀਕ ਹੈ? ਤੇ ਸਭ ਤੋਂ ਪੁਰਾਣਾ ਮੈਡੀਕਲ ਕਾਲਜ, one of the oldest medical colleges in Punjab is CMC Ludhiana, ਜਿਹੜਾ 1894 ਦੇ ਵਿੱਚ ਬਣਿਆ ਹੈ, ਠੀਕ ਹੈ? ਇਹ ਦੋ ਫੈਕਟਸ ਯਾਦ ਰੱਖਣੇ ਆ। ਫੈਕਟਸ ਪ੍ਰੋਵਾਈਡ ਕਰਨ ਲਈ MCQ ਪਾਇਆ ਮੈਂ, ਵੈਸੇ ਤਾਂ ਇਸ ਦਾ ਆਨਸਰ ਸੌਖਾ ਹੈ, C ਹੈ। ਕਲੀਅਰ? ਤੇ ਲਾਸਟ ਕੁਐਸਚਨ, ਡਾਕਟਰ ਹਰਗੋਬਿੰਦ ਖੁਰਾਨਾ, a Nobel laureate for biochemistry, was an alumni of which university of Punjab? ਇਹ ਪੰਜਾਬ ਦੀ ਕਿਸ ਯੂਨੀਵਰਸਿਟੀ ਦੇ ਸੀਗੇ ਸਟੂਡੈਂਟ? ਡਾਕਟਰ ਹਰਗੋਬਿੰਦ ਖੁਰਾਨਾ, ਠੀਕ ਹੈ? ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, CMC ਲੁਧਿਆਣਾ, ਯੂਨੀਵਰਸਿਟੀ ਆਫ ਪੰਜਾਬ ਲਾਹੌਰ, ਠੀਕ ਹੈ? ਤਾਂ ਸਾਇੰਟਿਸਟ ਦੇ ਹਿਸਾਬ ਤੋਂ, ਮਤਲਬ ਸਾਇੰਟਿਸਟ ਦੇ ਪੁਆਇੰਟ ਆਫ ਵਿਊ ਨਾਲ ਇਹ ਡਾਕਟਰ ਹਰਗੋਬਿੰਦ ਖੁਰਾਨਾ ਜਿਹੜੇ ਹੈਗੇ ਆ, ਇਹਨਾਂ ਨੇ ਸਾਇੰਸ ਦੀ ਫੀਲਡ ਦੇ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ, ਠੀਕ ਹੈ? ਪੰਜਾਬ ਚੋਂ ਵੈਸੇ ਤਾਂ ਠੀਕ ਠਾਕ ਸਾਇੰਟਿਸਟ ਨਿਕਲੇ ਆ, ਪਰ ਜਿਨ੍ਹਾਂ ਨੇ ਨਾਂ ਉੱਚਾ ਕਰਿਆ ਪੰਜਾਬ ਦਾ ਉਹ ਡਾਕਟਰ ਹਰਗੋਬਿੰਦ ਖੁਰਾਨਾ ਹੈਗੇ ਆ। ਡਾਕਟਰ ਹਰਗੋਬਿੰਦ ਖੁਰਾਨਾ ਨੂੰ 1968 ਦੇ ਵਿੱਚ ਨੋਬੈਲ ਪ੍ਰਾਈਜ਼ ਮਿਲਿਆ ਫॉर ਬਾਇਓਕੈਮਿਸਟਰੀ, ਠੀਕ ਹੈ? ਤਾਂ ਇਹ ਡਾਕਟਰ ਹਰਗੋਬਿੰਦ ਖੁਰਾਨਾ ਕਾਫੀ ਇੰਪੋਰਟੈਂਟ ਨਾਮ ਹੈ ਐਸ ਫਾਰ ਐਸ ਸਾਇੰਟਿਸਟ ਫਰੋਮ ਪੰਜਾਬ ਆਰ ਕੰਸਰਨਡ। ਤੁਸੀਂ ਨਾਂ ਯਾਦ ਰੱਖਣਾ ਹੈ, ਬਾਇਓਕੈਮਿਸਟਰੀ ਦੇ ਲਈ 1968 ਦੇ ਵਿੱਚ ਇਹਨਾਂ ਨੂੰ ਨੋਬੈਲ ਪ੍ਰਾਈਜ਼ ਮਿਲਿਆ, ਠੀਕ ਹੈ? ਤੇ ਕਿਹੜੀ ਯੂਨੀਵਰਸਿਟੀ ਚੋਂ ਸੀਗੇ? ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਜਦ ਅਸੀਂ ਫੇਮਸ ਪਰਸਨੈਲਿਟੀਜ਼ ਦੀ ਗੱਲ ਕਰਦੇ ਹਾਂ ਨਾ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਲੂਮਨਾਈਜ਼ ਦੀ, ਤਾਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਆਫ ਇੰਡੀਆ ਫਾਰਮਰ ਤੇ ਡਾਕਟਰ ਹਰਗੋਬਿੰਦ ਖੁਰਾਨਾ ਇਸੇ ਯੂਨੀਵਰਸਿਟੀ ਚੋਂ ਸੀਗੇ। ਕੁਐਸਚਨ ਦਾ ਆਨਸਰ ਹੈ B। ਪਰ ਤੁਹਾਨੂੰ ਮੈਂ ਐਕਸਟਰਾ ਇਨਫੋਰਮੇਸ਼ਨ ਦੱਸ ਦੇਣਾ। ਦੇਖੋ ਜਿਹੜੇ ਨੋਬੈਲ ਪ੍ਰਾਈਜ਼ ਹੁੰਦੇ ਆ ਨਾ ਉਹ 5 ਫੀਲਡਸ ਦੇ ਲਈ ਜਾਂ ਸਬਜੈਕਟਸ ਦੇ ਲਈ ਮਿਲਦੇ ਆ, 5 ਸਬਜੈਕਟਸ ਦੇ ਲਈ ਮਿਲਦੇ ਆ ਵੱਖਰੇ ਵੱਖਰੇ, ਮਤਲਬ 5 ਨੋਬੈਲ ਪ੍ਰਾਈਜ਼ ਹੁੰਦੇ ਡਿਫਰੈਂਟ ਸਬਜੈਕਟਸ ਦੇ ਲਈ। ਇੱਕ ਨੋਬੈਲ ਪ੍ਰਾਈਜ਼ ਮਿਲਦਾ ਫਿਜ਼ਿਕਸ ਦੇ ਲਈ, ਕੈਮਿਸਟਰੀ ਦੇ ਲਈ, ਠੀਕ ਹੈ? ਫਿਜ਼ੀਓਲੋਜੀ ਜਾਂ ਮੈਡੀਸਨ ਦੇ ਲਈ। ਇਸ ਫੀਲਡ ਦੇ ਵਿੱਚ ਹੀ ਹਰਗੋਬਿੰਦ ਖੁਰਾਨਾ ਜੀ ਨੂੰ ਮਿਲਿਆ ਫਿਜ਼ੀਓਲੋਜੀ ਜਾਂ ਮੈਡੀਸਨ ਫੀਲਡ ਦੇ ਵਿੱਚ, ਕਿਉਂਕਿ ਅਸੀਂ ਜਾਣਦੇ ਹਾਂ ਸਾਰੀ ਦੀ ਸਾਰੀ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਬਾਇਓਕੈਮਿਸਟਰੀ ਨਾਲ ਹੀ ਹੁੰਦੀਆਂ, ਠੀਕ ਹੈ? ਤਾਂ ਫਿਜ਼ੀਓਲੋਜੀ ਜਾਂ ਮੈਡੀਸਨ ਲਈ ਹਰਗੋਬਿੰਦ ਖੁਰਾਨਾ ਜੀ ਨੂੰ ਮਿਲਿਆ ਸੀ। ਚੌਥਾ ਹੁੰਦਾ ਲਿਟਰੇਚਰ, ਰਵਿੰਦਰਨਾਥ ਟੈਗੋਰ ਜੀ ਦਾ, ਤੇ 5th ਹੈਗਾ ਪੀਸ, ਨੋਬੈਲ ਪੀਸ ਪ੍ਰਾਈਜ਼। ਇਹ 5 ਪ੍ਰਾਈਜ਼ਸ ਮਿਲਦੇ ਆ ਨੋਬੈਲ ਦੇ, ਠੀਕ ਹੈ, ਐਵਰੀ ਈਅਰ। ਤੇ ਜਿਹੜੀ ਪ੍ਰਥਾ ਸੀਗੀ ਇਹ ਕਦੋਂ ਸਟਾਰਟ ਹੋਈ ਹੈ? 1901 ਤੋਂ ਨੋਬੈਲ ਪ੍ਰਾਈਜ਼ ਮਿਲਨੇ ਸ਼ੁਰੂ ਹੋਏ ਆ, ਠੀਕ ਹੈ ਜੀ? ਆ ਚੀਜ਼ ਤੁਸੀਂ ਯਾਦ ਰੱਖਣੀ ਹੈ, ਇਹ ਐਕਸਟਰਾ ਇਨਫੋਰਮੇਸ਼ਨ ਹੈ। ਬਾਕੀ ਹਰਗੋਬਿੰਦ ਖੁਰਾਨਾ ਜੀ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ, ਪੰਜਾਬ ਯੂਨੀਵਰਸਿਟੀ ਦੇ ਸੀਗੇ ਚੰਡੀਗੜ੍ਹ ਦੇ, ਠੀਕ ਹੈ ਜੀ? ਚਲੋ ਫਿਰ ਇਸੇ ਦੇ ਨਾਲ ਸਾਡੇ ਅੱਜ ਦੇ 10 MCQs ਖਤਮ ਹੁੰਦੇ ਆ। ਆਈ ਹੋਪ ਇਹਨਾਂ ਨੇ ਥੋੜੀ ਬਹੁਤੀ ਵੈਲਿਊ ਐਡ ਕਰੀ ਹੈ ਤੁਹਾਡੇ ਲਈ, ਪਰ ਮੈਂ ਫਿਰ ਵੀ ਤੁਹਾਨੂੰ ਦੁਬਾਰਾ ਰਿਪੀਟ ਕਰਾਂਗਾ, ਇਸ ਨੂੰ ਤੁਸੀਂ ਡੇਲੀ ਰੂਟੀਨ ਦਾ ਹਿੱਸਾ ਬਣਾਓ। 20-25 ਮਿੰਟ ਲੱਗਦੇ ਆ ਰੋਜ਼ ਦੇ, ਪਰ 20-25 ਮਿੰਟ ਬਹੁਤ ਕੰਮ ਆਉਣੇ ਆ ਤੁਹਾਡੇ ਸਾਰੇ ਤਕਰੀਬਨ ਪੇਪਰਾਂ ਦੇ ਲਈ ਪੰਜਾਬ ਦੇ, ਠੀਕ ਹੈ? ਚਲੋ ਇਸੇ ਉਮੀਦ ਨਾਲ ਕਿ ਤੁਸੀਂ ਇਸ ਨੂੰ ਆਪਣਾ ਡੇਲੀ ਰੂਟੀਨ ਦਾ ਹਿੱਸਾ ਬਣਾਓਗੇ, ਤੇ ਇਸੇ ਉਮੀਦ ਨਾਲ ਕਿ ਜੇ ਤੁਹਾਨੂੰ ਕੋਈ ਡਾਊਟ ਆਉਂਦਾ ਤੁਸੀਂ ਉਹ ਡਾਊਟ ਸਾਨੂੰ ਜ਼ਰੂਰ ਦੱਸੋਗੇ। ਮੈਂ ਤੁਹਾਨੂੰ ਧੰਨਵਾਦ ਕਹਿੰਦਾ, ਠੀਕ ਹੈ ਜੀ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।